दुख निकंदन अमरदास गुर हृदय गुर हृदय श्री गुरु रामदास गुण गाऊं श्री अर्जन विघ्नन के नाशक विघ्नन के नाशक हर गोविंद शुभ सुमत पर गाशक श्री हर राय नमो कर जोरी नमो कर गुरु हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह विसहाला तरो तरा पर पुन पुन सी साजी पुन पुन सी सहा बंदो बहार बार जगदीश जिसमें अमृत ज्ञान है मानव भगत बैराग गुरु ग्रंथ साहिब उदद बंदो कर अनुराग एक ओंकार सतगुरु तेह प्रसाद सच हुए वाहिगुरु जी की फतेह विघ्न विनाशन सोए कहाँ बुद्ध प्रभु तुष हमारी बन सके महिमा जो तिहारी हम ना सकत कर सिफत तुम्हारी आपने हो तुम कथा सुधारी हम ना सकत कर सिफत तुम्हारी आपने हो तुम कथा सुधारी तुम्हारे भजन जे सिख कमावे दिन पर मोरा कसना गुसावे पेट दे पर गुर ते लेकर विदा प्रियो चरणन पर सिर तर वाहिगुरु जी का खालसा वाहिगुरु जी की फतेह मेरी ते मालिक साहिबे कमाल साहिब श्री गुरु हरगोबिंद पातशाह महाराज जी के पावन पवित्र चरण शुभ मुकद्दस स्थान के ऊपर हाजरियां कर रहे गुरु खालसा संगत जीओ वडभागे हो साहिब श्री गुरु ग्रंथ साहिब जीओ महाराज जी की पावन पवित्र मुबारक गोद का आप जी आनंद मान रहे हो श्री गुर प्रताप सूरज ग्रंथ धन गुरु नानक साहिब जी महाराज जी का पावन पवित्र इतिहास जिस दे विच आप जी कलयुग की धन गुरु नानक देव जी महाराज जी की
जो गोष्ठ हो रही है, जो वार्तालाप हो रही है, पिछले 3-4 दिनों तो सरन करते आ रहे हो। कलयुग ने गुरु नानक साहिब जी महाराज जी ਨੂੰ जो अपने समय ਦੇ ਵਿੱਚ ਇਸ ਲੁਕਾਈ ਦੇ ਨਾਲ ਕਰੇਗਾ, जो परमात्मा ने ਉਹਨੂੰ ਡਿਊਟੀ ਲਾ ਕੇ ਭੇਜਿਆ, ਉਸ ਪਰਥਾਏ ਦੱਸਿਆ। मैं ਇੱਥੇ ਚੋਰੀਆਂ ਕਰਾਵਾਂਗਾ, मैं ਇੱਥੇ ਨਿੰਦਿਆ ਕਰਾਵਾਂਗਾ, ਇੱਥੇ ਜਾਰੀਆਂ ਲਵਾਵਾਂਗਾ। ਦੁਨੀਆ ਦੇ ਲੋਕ ਝੂਠ ਬੋਲਣਗੇ, ਪਾਪ ਜਿਹੜਾ ਹੈ ਉਹ ਸਿਰ ਚੜ੍ਹ ਕੇ ਬੋਲੇਗਾ। ਪਰ ਨਾਲ ਹੀ ਇਹ ਬੇਨਤੀ ਕਰ ਦਿੱਤੀ ਕਿ ਗੁਰੂ ਨਾਨਕ ਜੀ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ, ਇਸ ਕਰਕੇ ਜਿਹੜੇ ਤੁਹਾਡੇ ਕਹੇ ਹੋਏ ਬਚਨ ਨੇ ਨਾ, ਜਿੱਥੇ ਮੇਰਾ ਸਿੱਖ ਬਾਣੀ ਪੜ੍ਹੇਗਾ, ਮੈਂ ਉੱਥੇ ਜਿਹੜਾ ਹੈ ਆਪਣਾ ਪਹਿਰਾ, ਆਪਣਾ ਵਾਸਾ ਜਿਹੜਾ ਹੈ ਉਹ ਨਹੀਂ ਦੇਵਾਂਗਾ। ਉਪਰੰਤ ਕਲਯੁਗ ਕਹਿਣ ਲੱਗਾ ਹੁਣ ਮੇਰੀ ਕੋਈ ਭੇਟਾ ਤਾਂ ਮਨਜ਼ੂਰ ਕਰ ਲਓ। ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਸੋਨੇ ਦੇ ਮੰਦਰ ਦੇਣਾ ਚਾਹੁੰਦਾ ਹੈ, ਧਨ ਦੇਣਾ ਚਾਹੁੰਦਾ ਹੈ ਆਦਿਕ, ਆਪਾਂ ਜ਼ਰੂਰ ਮਨਜ਼ੂਰ ਕਰਾਂਗੇ। ਪਰ ਚੌਥੇ ਜਾਮੇ ਦੇ ਅੰਦਰ ਜਦੋਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਰੂਪ ਦੇ ਅੰਦਰ ਅਸੀਂ ਇਸ ਦੁਨੀਆ ਅਤੇ ਸੰਸਾਰ ਦੇ ਉੱਤੇ ਵਿਚਰਾਂਗੇ, ਉਦੋਂ ਅਸੀਂ ਇਹ ਕਲਯੁਗ ਤੇਰੇ ਹੀ ਸਮੇਂ ਦੇ ਵਿੱਚ ਆਵਾਂਗੇ ਅਤੇ ਤੇਰੇ ਕੋਲੋਂ ਸੋਨੇ ਦਾ ਮਹੱਲ ਵੀ ਲਵਾਂਗੇ ਅਤੇ ਤੇਰੇ ਕੋਲੋਂ ਸੰਸਾਰ ਦੇ ਕਾਰਜਾਂ ਨੂੰ ਹਰਾਸ ਕਰਨ ਵਾਸਤੇ ਜਿਹੜੇ ਦੁਨਿਆਵੀ ਪੱਖ ਦੇ ਹਨ, ਉਹ ਮਾਇਆ ਰੂਪ ਜੋ ਧਨ ਤੂੰ ਸਾਨੂੰ ਦੇਣਾ ਚਾਹੁੰਦਾ ਹੈ, ਉਹ ਵੀ ਅਸੀਂ ਜਿਹੜੇ ਹਨ ਤੇਰੇ ਕੋਲ ਲਵਾਂਗੇ। ਪਰ ਲਵਾਂਗੇ ਚੌਥੇ ਜਾਮੇ ਦੇ ਅੰਦਰ। ਅੱਗੇ ਕਿਸ ਤਰ੍ਹਾਂ ਗਾਥਾ ਚੱਲਦੀ ਹੈ, ਆਓ ਦੋਨੋਂ ਹੱਥ ਜੋੜੀਏ, ਗੁਰੂ ਚਰਨਾਂ ਅੰਦਰ ਬੈਠਦੇ ਹਾਂ। ਗੁਰੂ ਕੀ ਸੰਗਤ ਜੀ, ਸੀਸ ਨੂੰ ਝੁਕਾਉਣਾ ਕਰੀਏ, ਬਾਅਦਬ ਸ਼ਰਧਾ ਭਾਵਨਾ ਦੇ ਨਾਲ ਗੁਰੂ ਇਤਿਹਾਸ ਦੀ ਗਾਥਾ ਸਰਵਣ ਕਰਨ ਤੋਂ ਪਹਿਲਾਂ ਦਿਓ ਅਸੀਸ। ਅੱਖ ਨਾ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਸਤਿਨਾਮ ਸ੍ਰੀ ਵਾਹਿਗੁਰੂ। ਤੁਮਰੇ ਬਚਨ ਜੇ ਸਿੱਖ ਕਮਾਵੇ। ਉਦੋਂ ਫਿਰ ਕਲਯੁਗ ਨੇ ਕਹਿਣਾ ਕੀਤਾ, ਪਰ ਜਿੱਥੇ ਤੇਰੇ ਦੰਬੀ ਤੇ ਪਖੰਡੀ ਸਿੱਖ ਹੋਵਣਗੇ, ਬਾਹਰ ਕਹਿਣ ਨੂੰ ਉਹ ਸਿੱਖ ਹੋਵਣਗੇ, ਪਰ ਅੰਦਰੋਂ ਸਿੱਖਾਂ ਵਾਲਾ ਕੋਈ ਕਰਮ ਨਹੀਂ ਹੋਵੇਗਾ। ਬਾਹਰੋਂ ਵੇਸ਼ ਭੂਸ਼ਾ ਭਾਵੇਂ ਸਿੱਖਾਂ ਵਾਲੀ ਬਣਾਈ ਹੋਵੇ, ਮੈਂ ਉਹਨਾਂ ਨੂੰ ਦੰਡ ਜ਼ਰੂਰ ਦੇਵਾਂਗਾ। ਪਰ ਜਿੱਥੇ ਤੇਰੇ ਸਿੱਖ ਹੋਵਣਗੇ, ਉਹ ਸਿੱਖਾਂ ਦੇ ਉੱਤੇ ਆ ਤੇਰੇ ਨਾਲ ਕੀਤਾ ਹੋਇਆ ਬਚਨ ਜਿਹੜਾ ਹੈ ਉਹ ਮੈਂ ਭਰਪੂਰ ਤਰੀਕੇ ਦੇ ਨਾਲ ਕਮਾਵਾਂਗਾ। ਤਿੰਨ ਪਰ ਮੋਰਾ ਕਸਨ ਵਸਾਵੈ। ਜਿੱਥੇ ਤੇਰਾ ਸਿੱਖ ਪੜ੍ਹਦਾ ਹੋਵੇਗਾ ਬਾਣੀ, ਉੱਥੇ ਮੇਰਾ ਕੋਈ ਵੀ ਵਸ ਨਹੀਂ ਚੱਲੇਗਾ। ਪੇਟ ਤੇ ਪਰ ਗੁਰ ਦੇ ਕਰ। ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਫਿਰ ਕਰੋ ਕਿਰਪਾ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਲਯੁਗ ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਚਨ ਕਹਿ ਦਿੱਤੇ ਨਾ ਕਿ ਚੌਥੇ ਜਾਮੇ ਦੇ ਅੰਦਰ ਤੇਰੀ ਭੇਟਾ ਮਨਜ਼ੂਰ ਕਰਾਂਗੇ, ਅਤੇ ਇਹਦਾ ਹਿਰਦਾ ਜਿਹੜਾ ਹੈ ਉਹ ਗਦਾਗਦ ਹੋ ਗਿਆ। ਹਿਰਦਾ ਅੰਦਰੋਂ ਹੁਣ ਖੁਸ਼ ਹੈ ਅਤੇ ਇਹਨੇ ਇਸ ਗੱਲ ਨੂੰ ਮੰਨ ਲਿਆ ਕਿ ਮੇਰੀ ਭੇਟਾ ਮਨਜ਼ੂਰ ਹੋ ਗਈ ਹੈ, ਅਤੇ ਚੌਥੇ ਜਾਮੇ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਲੈਣਗੇ। ਇਸ ਕਰਕੇ ਹੁਣ ਇੱਥੇ ਕਵਿਰਾਜ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ ਕਿ ਇਹਦਾ ਅੰਦਰੋਂ ਹਿਰਦਾ ਹੁਣ ਖੁਸ਼ ਹੈ। ਵਿਦਾ ਪਿਓ ਚਰਨ ਪਰ ਸੀਸ ਧਾਰ। ਅਤੇ ਕਲਯੁਗ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਧਰ ਕੇ ਇਹਨੇ ਮੱਥਾ ਟੇਕਿਆ ਅਤੇ ਕਹਿਣ ਲੱਗਾ, ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਮੈਨੂੰ ਆਗਿਆ ਦਿਓ, ਮੈਂ ਜਾਣਾ ਚਾਹੁੰਦਾ ਹਾਂ। ਪੜੇ ਸੁਣੇ ਸਰਦਾ ਔਰ ਥਾਪੇ। ਸੋ ਗੁਰੂ ਰੂਪ ਖਾਲਸਾ ਸੰਗਤ ਜੀਓ ਸੁਣੋ,
ਤੁਸੀਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੀ ਹਾਜ਼ਰੀ ਭਰ ਰਹੇ ਹੋ। ਅਤੇ ਆਂਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਹੁਣ ਇਸ ਗੱਲ ਦੀ ਮੋਹਰ ਲਾ ਰਹੇ ਨੇ। ਆਂਦੇ ਜਿਹੜਾ ਮੇਰਾ ਸਿੱਖ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲੋਂ ਇਹ ਸਾਖੀ ਦੇ ਰੂਪ ਦੇ ਅੰਦਰ ਜੋ ਇਸ ਸਾਖੀ ਦਾ ਕੇਂਦਰੀ ਭਾਵ ਹੈ ਅੰਤ ਦੇ ਵਿੱਚ ਇਹਨਾਂ ਦੋ ਤੁਕਾਂ ਦੇ ਵਿੱਚ ਦਰਸਾਇਆ ਹੈ। ਕਹਿਣ ਲੱਗੇ ਕਵੀ ਰਾਜ ਜੀ ਆਂਦੇ ਇਹ ਕਲਯੁਗ ਦੀ ਅਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਗੋਸ਼ਟ ਹੈ, ਜਿਹੜਾ ਵਾਰ ਤਰਲਾਪ ਹੋਇਆ ਹੈ ਨਾ, ਕਿ ਕਲਯੁਗ ਜਿਹੜਾ ਹੈ ਉਹ ਕੀ ਕਰੇਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀ ਬਚਨ ਕੇ ਜਿਹੜੀ ਸਾਖੀ ਤੁਸੀਂ ਸੁਣੀ ਆ 4-5 ਦਿਨਾਂ ਦੇ ਅੰਦਰ, ਅਤੇ ਕਹਿੰਦੇ ਪਏ ਨੇ ਕਵੀ ਰਾਜ ਜੀ ਆਂਦੇ ਜਿਹੜਾ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਇਸ ਸਾਖੀ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲਵੇਗਾ। ਤਿੰਨ ਬਾਰ ਕਲਯੁਗ ਨਹੀਂ ਵਿਆਪੈ। ਫਿਰ ਉਹਨਾਂ ਮਨੁੱਖਾਂ ਦੇ ਉੱਤੇ, ਉਹਨਾਂ ਜੀਵਾਂ ਦੇ ਉੱਤੇ ਕਲਯੁਗ ਆਪਣਾ ਪ੍ਰਭਾਵ ਨਹੀਂ ਪਾਵੇਗਾ। ਹਾਂਜੀ, ਗਮਨੇ ਸਿਰ ਗੁਰ ਗੋਰ ਅਗਾਰੀ। ਕਲਯੁਗ ਦੇ ਨਾਲ ਸਿੱਧ ਗੋਸ਼ਟ ਹੋ ਚੁੱਕੀ ਹੈ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਚੜ੍ਹਿਆ ਸੋਧਨ ਧਰਤ ਲੁਕਾਈ। ਸੰਗਤ ਨੂੰ ਤਾਰਦਿਆਂ ਹੋਇਆਂ ਅਗਾਂਹ ਲੁਕਾਈ ਨੂੰ ਤਾਰਨ ਵਾਸਤੇ ਮੇਰੇ ਮਾਲਕ ਨੇ ਜਿਹੜਾ ਹੈ ਨਾ ਆਪਣਾ ਯਾਤਰਾ ਫਿਰ ਅੱਗੇ ਨੂੰ ਆਰੰਭ ਕੀਤੀ ਹੈ। ਲੋਕ ਉਦਾਰਨ ਭਰ ਉਪਕਾਰੀ। ਤੇ ਅੱਗੇ ਕਿਉਂ ਚੱਲਣਾ ਕੀਤਾ ਹੈ? ਦੁਨਿਆਵੀ ਲੋਕਾਂ ਦਾ ਉਧਾਰ ਕਰਨ ਵਾਸਤੇ ਪਰ ਉਪਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਤਾਰਨ ਵਾਸਤੇ ਚੱਲ ਪਏ ਹਨ ਜੀ। ਦੋ ਹੋਰ ਪਾਣੀ ਬਰਦਾਰੀ ਸੋ ਮਤ ਗੁਣ ਖਾਨੀ ਸੁਖ ਮੂਰ। ਕਵੀ ਰਾਜ ਜੀ ਨੇ ਨਾ ਆਰੰਭਤਾ ਦੇ ਵਿੱਚ ਮੰਗਲ ਕੀਤਾ। ਇਸ ਮੰਗਲ ਦਾ ਜੋ ਨਿਰਣੇ ਹੈ ਇਸ ਪ੍ਰਕਾਰ ਹੈ ਕਿ ਜਿਤਨੇ ਵੀ ਸੰਸਾਰ ਦੇ ਉੱਤੇ ਕਵੀ ਹੋਏ ਨੇ ਉਹ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਰੂਪ ਜੋ ਸ਼ਕਤੀ ਹੈ ਨਾ, ਕਿਸੇ ਵੀ ਬੰਦ ਨੂੰ ਲਿਖਣ ਤੋਂ ਪਹਿਲਾਂ, ਕਿਸੇ ਵੀ ਛੰਦ ਨੂੰ ਲਿਖਣ ਤੋਂ ਪਹਿਲਾਂ, ਕਿਸੇ ਵੀ ਕਵਿਤਾ ਨੂੰ ਰਚਣ ਤੋਂ ਪਹਿਲਾਂ ਪਰਮਾਤਮਾ ਦਾ ਮੰਗਲ ਕਰਦੇ ਸਨ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿਤਨੀ ਬਾਣੀ ਪੜ੍ਹੋਗੇ ਨਾ ਗੁਰੂ ਕੀ ਸੰਗਤ ਜੀਓ, ਅਤੇ ਆਪ ਜੀ ਹਮੇਸ਼ਾ ਇਸ ਗੱਲ ਨੂੰ ਨੋਟ ਕਰਿਓ, ਕਈ ਵਾਰ 525 ਵਾਰ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਇਹ ਮੰਗਲ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਇਕੱਲਾ ਆਇਆ ਹੈ। ਹੋਰ ਵੀ ਅਨੇਕਾਂ ਮੰਗਲ ਆਏ ਹਨ ਜਿੱਥੇ ਪੂਰਾ ਮੂਲ ਮੰਤਰ ਵੀ ਆ ਜਾਂਦਾ ਹੈ। ਇਸੇ ਪ੍ਰਕਾਰ ਜਿਹੜੇ ਕਵੀ ਹੁੰਦੇ ਸਨ, ਅੱਜ ਦੇ ਕਵੀਆਂ ਦੀ ਚਲੋ ਮੈਂ ਗੱਲ ਨਹੀਂ ਕਰਦਾ, ਪੁਰਾਤਨ ਕਵੀਆਂ ਦੀ ਗੱਲ, ਜਿਹੜੇ ਸ਼ਰਧਾ ਭਾਵਨਾ ਪ੍ਰੇਮ ਸਹਿਤ ਰੱਬ ਨੂੰ ਵੀ ਮੰਨਣ ਵਾਲੇ ਸਨ ਅਤੇ ਆਪਣੀ ਕਿਰਤ ਦੇ ਵਿੱਚ ਵੀ ਚਿੱਤ ਲਾ ਕੇ ਕੰਮ ਕਰਦੇ ਸਨ। ਉਹ ਹਮੇਸ਼ਾ ਪਹਿਲਾਂ ਕਿਸੇ ਵੀ ਬੰਦਨਾ ਨੂੰ ਲਿਖਣ ਤੋਂ ਪਹਿਲਾਂ, ਕਿਸੇ ਵੀ ਸਾਖੀ ਨੂੰ ਲਿਖਣ ਤੋਂ ਪਹਿਲਾਂ ਜੋ ਕਾਵਿ ਨੂੰ ਹੋਵੇ ਉਹ ਪਹਿਲਾਂ ਪਰਮਾਤਮਾ ਦੀ ਉਸਤਤ ਕਰਦੇ ਸਨ। ਹੁਣ ਇਸ ਮੰਗਲ ਦੇ ਵਿੱਚ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਜਿਹੜੇ ਨੇ ਉਹ ਮੰਗਲ ਕਰ ਰਹੇ ਨੇ। ਕੀ ਕਹਿੰਦੇ? ਆਂਦੇ ਬਾਨੀ ਪ੍ਰਦਾਨੀ ਸੁਮਤ ਗੁਣ ਖਾਨੀ ਸੁਖ ਮੂਰ। ਹੇ ਸ਼ਕਤੀ, ਹੇ ਵਰ ਦੇਣ ਵਾਲੀ, ਹੇ ਚੰਗੀ ਸੁਮਤ ਨੂੰ ਪ੍ਰਧਾਨ ਕਰਨ ਵਾਲੀ, ਹੇ ਗੁਣਾਂ ਦੀ ਖਾਨ ਅਕਾਲ ਪੁਰਖ ਵਾਹਿਗੁਰੂ ਜੀਓ। ਹਾਂਜੀ ਪੜ੍ਹੋ। ਕਲਿਆਣੀ ਰਾਣੀ ਜਗਤ ਮਾਨੀ ਕਬ ਪਗ ਧੂਰ। ਹੇ ਕਲਿਆਣ ਕਰਨ ਵਾਲੀ, ਹੇ ਜਗਤ ਦੀ ਰਾਣੀ, ਧੰਨ ਅਕਾਲ ਪੁਰਖ ਵਾਹਿਗੁਰੂ ਜੀਓ, ਮੈਂ ਤੇਰੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹਾਂ, ਕਿਉਂਕਿ ਸਾਰੇ ਕਵੀ ਜਨ ਕੁਝ ਵੀ ਲਿਖਣ ਤੋਂ ਪਹਿਲਾਂ ਤੈਨੂੰ ਨਮਸਕਾਰ ਕਰਦੇ ਨੇ। ਹੇ ਸ਼ਕਤੀ। ਸ੍ਰੀ ਬਾਬਾ ਸੰਦੂਰ ਰਸਾਵਲ ਸੰਤ ਚਲੇ ਫਿਰ ਆ ਕੇ ਪੀਠੇ ਪਾਪ ਪਾਗੇ। ਆਂਦੇ ਇਸ ਤੋਂ ਅੱਗੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਆਪਣੇ ਕਦਮਾਂ ਨੂੰ ਤੋੜਨਾ ਕੀਤਾ, ਚਲੇ ਫੇਰੇ ਆਗੇ ਪਿੱਛੇ ਪਾਪ ਪਾਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
ਨੇ ਅੱਗੇ ਦਾ ਪੈਂਡਾ ਜਿਹੜਾ ਹੈ ਆਰੰਭ ਕੀਤਾ। ਅਤੇ ਉਹ ਗੁਣਾਂ ਦੀ ਖਾਨ ਅਕਾਲ ਪੁਰਖ ਵਾਹਿਗੁਰੂ ਜਦੋਂ ਤੁਰਦੇ ਹਨ ਅਤੇ ਦੇਖਣ ਵਾਲਿਆਂ ਦੇ ਪਾਪ ਭਾਵ ਕੋਈ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੇ ਦਰਸ਼ਨ ਕਰਦਾ ਹੈ ਅਤੇ ਉਹਦੇ ਜਿਹੜੇ ਪਾਪ ਹਨ ਉਹ ਨਾਸ਼ ਹੋ ਜਾਂਦੇ ਹਨ। ਬਾਣੀ 'ਚ ਆਪਾਂ ਪੜ੍ਹਦੇ ਹਨ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇਸ ਕਰਕੇ ਚਲੇ ਫੇਰੇ ਆਗੇ ਪਿੱਛੇ ਪਾਪ ਭਾਗੇ। ਅੰਧ ਜਦੋਂ ਗੁਰੂ ਨਾਨਕ ਸਾਹਿਬ ਜੀ ਚੱਲਦੇ ਹਨ ਅਤੇ ਚਲਦਿਆਂ ਜਿਹਦੀ ਵੀ ਨਜ਼ਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੱਲ ਪੈ ਜਾਂਦੀ ਹੈ ਉਹਦੇ ਪਾਪ ਉਸੇ ਟਾਈਮ ਕੱਟੇ ਜਾਂਦੇ ਹਨ ਜੀ। ਮਹਾਦਾਨ ਦਾਤਾ ਸਭ ਲੋਕ ਖਿਆਤਾ। ਦਾਨਾਂ ਦਾ ਦਾਨ ਦੇਣ ਵਾਲਾ ਮਹਾਨ ਦਾਤਾ ਹੈ ਗੁਰੂ ਨਾਨਕ। ਸਾਰੇ ਜਗਤ ਦੇ ਵਿੱਚ ਖਿਆਤਾ ਭਾਵ ਉਹਦੀ ਵਡਿਆਈ, ਉਹਦੀ ਪ੍ਰਸ਼ੰਸਾ ਹੋ ਰਹੀ ਹੈ। ਸੁਬੇ ਸੰਗ ਦੇਉ ਬੜੇ ਪਾਪ ਜੋ। ਆਂਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਦੋ ਗੁਰਸਿੱਖ ਜਿਹੜੇ ਨੇ ਨਾ ਉਹ ਚੱਲ ਰਹੇ ਨੇ। ਕਿਹੜੇ ਨੇ? ਇੱਕ ਨੇ ਭਾਈ ਮਰਦਾਨਾ ਜੀ ਅਤੇ ਇੱਕ ਨੇ ਭਾਈ ਬਾਲਾ ਜੀ। ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਚੱਲ ਰਹੇ ਨੇ, ਜਿਨ੍ਹਾਂ ਦੇ ਵੱਡੇ ਭਾਗ ਹਨ। ਆਇਓ ਏਕ ਗ੍ਰਾਮ ਪਿਖਿਓ ਗਿਆਨ ਤਾਮੰਗ। ਚਲਦਿਆਂ ਕੀ ਹੋਇਆ? ਰਸਤੇ ਦੇ ਵਿੱਚ ਇੱਕ ਨਗਰ ਆਇਆ ਹੈ, ਇੱਕ ਪਿੰਡ ਆਇਆ ਹੈ ਅਤੇ ਉਸ ਪਿੰਡ ਦੇ ਵਿੱਚ ਗਿਆਨ ਦੀ ਖਾਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰੁਕਣਾ ਕੀਤਾ ਹੈ ਜੀ। ਉਸ ਪਿੰਡ ਦੇ ਵਿੱਚ ਰੁਕੇ, ਕੀ ਦੇਖਿਆ? ਇੱਕ ਬੜਾ ਸੁੰਦਰ ਰੁੱਖ ਹੈ। ਮਰਦਾਨੇ ਅਤੇ ਬਾਲੇ ਨੂੰ ਕਹਿਣ ਲੱਗੇ, ਮਰਦਾਨਿਆਂ ਭਾਈ ਬਾਲਾ ਜੀ, ਇਸ ਰੁੱਖ ਦੀ ਛਾਵੇਂ ਕੁਝ ਚਿਰ ਜਿਹੜਾ ਹੈ ਰਮਾਨ ਕਰ ਲਈਏ। ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਰੁਕਣਾ ਕੀਤਾ। ਠੰਡੀ ਛਾਂ ਦੇ ਹੇਠ ਵਿਸ਼ਰਾਮ ਕਰ ਰਹੇ ਸਨ ਅਤੇ ਆਂਦੇ ਇੰਨੇ ਚਿਰ ਨੂੰ ਕੀ ਹੋਇਆ? ਇੱਕ ਡੂਮ। ਹੁਣ ਡੂਮ ਦੇ ਅਰਥ ਕਰਾਂਗੇ ਮਰਾਸੀ। ਅਤੇ ਮਰਾਸੀ ਕੌਣ ਹੁੰਦੇ ਨੇ? ਜਿਹੜੇ ਘਰ ਘਰ ਜਾ ਕਰਕੇ ਵਧਾਈਆਂ ਮੰਗਦੇ ਨੇ ਅਤੇ ਉਸ ਵਧਾਈਆਂ ਮੰਗਣ ਦੇ ਹੀ ਪ੍ਰਬੰਧ ਦੇ ਵਿੱਚ ਉਹ ਆਪਣੇ ਜੀਵਨ ਦਾ ਜਿਹੜਾ ਹੈ ਬਸੇਰਾ ਕਰਦੇ। ਆਂਦੇ ਇੱਕ ਭੁੱਖਾ ਡੂਮ ਜਿਹਨੂੰ ਬੜੀ ਭੁੱਖ ਲੱਗੀ ਹੋਈ ਸੀ ਨਾ, ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਾਣਾ ਕਰਦਾ ਹੈ। ਕਹੀ ਬੈਨ ਐਸੇ ਤਿਖੋ ਜੈਸੇ। ਹੁਣ ਡੂਮ ਦੀ ਤੇ ਆਦਤ ਹੈ ਜਿਸ ਘਰ ਵੀ ਚਲੇ ਜਾਣਾ ਅਤੇ ਉਸ ਘਰ ਦੀ ਜਿਹੜੀ ਹੈ ਵਡਿਆਈ ਕਰਨੀ, ਉਹਦੀ ਪ੍ਰਸ਼ੰਸਾ ਦੇ ਗੀਤ ਗਾਉਣੇ। ਆਂਦੇ ਜਦੋਂ ਇਹ ਭੁੱਖਾ ਸੀ, ਦੂਜੇ ਪਾਸੇ ਕੰਮ ਵੀ ਜਿਹੜਾ ਸੀ ਇਹਨਾਂ ਦਾ ਮੰਗ ਕੇ ਖਾਣਾ ਹੈ, ਅਤੇ ਕਹਿਣ ਲੱਗਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਸਲਾਹ ਦੇ ਬੈਨ ਅਤੇ ਗੀਤ ਗਾਉਂਦਿਆਂ ਸਿਫਤ ਸਲਾਹ 'ਤੇ ਕਹਿੰਦਾ ਏ, ਹੇ ਸੰਤੋ, ਹੇ ਮਹਾਂਪੁਰਸ਼ੋ, ਤੁਸੀਂ ਕਿਸੇ ਰਾਜੇ ਵਰਗੇ ਲੱਗਦੇ ਹੋ। ਪਿਆਰ ਨਾਲ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਬਾਬਾ ਜੀ ਉਹਨਾਂ ਨੇ ਸੁੰਦਰ ਪਹਿਸ਼ਾਕ ਪਹਿਨੀ ਹੈ ਅਤੇ ਹੁਣ ਉਹ ਇੱਕ ਡੂਮ ਹੈ। ਇੱਕ ਗਰੀਬੜਾ ਕਿਤੇ ਥੋੜ੍ਹੇ ਬਹੁਤੇ ਵੱਡੇ ਅਮੀਰ ਆਦਮੀ ਨੂੰ ਦੇਖ ਲਏ ਤਾਂ ਕਹਿੰਦਾ, ਯਾਰ ਮੇਰੇ ਕੋਲ ਗੱਡੀ ਹੋਵੇ ਤਾਂ ਬੜੀ ਵਧੀਆ ਗੱਲ ਹੈ, ਇਹਦੇ ਕੋਲ ਗੱਡੀ ਬੜੀ ਜੱਚਦੀ ਹੈ। ਹੁਣ ਉਹ ਆਪ ਨਾਰਾਇਣ ਕਲਾ ਧਰ ਜਗ ਮੇਂ ਪਰਵਰੇ। ਉਹਨਾਂ ਦਾ ਸਰੂਪ ਆਪ ਰੱਬ ਰੂਪ ਹੈ। ਜਿਹੜਾ ਦੇਖਦਾ ਹੈ ਉਹਦੇ ਪਾਪ ਕੱਟੇ ਜਾਂਦੇ ਨੇ। ਕਵਿਰਾਜ ਜੀ ਕਹਿੰਦੇ ਪਏ ਨੇ। ਹੁਣ ਡੂਮ ਆਇਆ ਅਤੇ ਡੂਮ ਨੇ ਸਿਫਤ ਸਲਾਹ ਦੀ ਜਿਹੜੀ ਹੈ ਉਹ ਗੀਤ ਗਾਏ ਅਤੇ ਨਾਲ ਹੀ ਕਹੀ ਜਾਂਦਾ ਹੈ, ਹੇ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਸੀਂ ਕਿਸੇ ਰਾਜੇ ਤੋਂ ਘੱਟ ਨਹੀਂ, ਤੁਹਾਡਾ ਸਰੂਪ ਰਾਜਿਆਂ ਮਹਾਰਾਜਿਆਂ ਵਰਗਾ ਲੱਗਦਾ ਹੈ। ਆਂਦੇ ਇੱਦਾਂ ਕਿਹਾ ਕਿ ਜਿੱਦਾਂ ਤੁਸੀਂ ਰਾਜੇ ਹੋਵੋ। ਮੈਨੂੰ ਭੁੱਖ ਲੱਗੀ ਹੈ, ਕੋਈ ਕਿਰਪਾ ਕਰੋ, ਮੈਨੂੰ ਕੋਈ ਦਾਨ ਦਵੋ ਜਿਹਦੇ ਨਾਲ ਮੇਰੀ ਭੁੱਖ ਮਿਟ ਜਾਵੇ। ਉਧਾਰ ਚਿੱਤ ਦੀਦਾਰ, ਜਿਨ੍ਹਾਂ ਦਾ ਕਰਦਿਆਂ ਪਾਪ ਨਸ ਜਾਂਦੇ ਹਨ।
ਜਿਨ੍ਹਾਂ ਦਾ ਪ੍ਰਤਾਪ ਚਾਰਾਂ ਕੁੰਡਾਂ ਦੇ ਵਿੱਚ ਹੈ ਜੀ। ਸੁਣਿਓ ਸਰੋਨ ਬੈਨ ਵਿਦਿਆਵਾਨ ਨੈਣ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੰਨਾਂ ਨੇ ਜਦੋਂ ਇਹ ਬਚਨ ਸੁਣੇ ਤੇ ਉਹਨਾਂ ਦੇ ਨੈਣ ਜਿਹੜੇ ਨੇ ਨਾ ਦਇਆਵਾਨ ਹੋ ਗਏ। ਉਹਨਾਂ ਦੇ ਨੈਣ ਜਿਹੜੇ ਨੇ ਉਸ ਡੂਮ ਵਾਸਤੇ ਪਤੀਜ ਗਏ। ਦੀਪੇ ਰੂਪ ਸੋਭਾ ਕਭੀ ਚਿਤ ਲੋਭਾ। ਉਹਨਾਂ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦਾ ਵਰਣਨ ਕਰਦੇ ਕਵਿਰਾਜ ਇੱਦਾਂ ਸ਼ੋਭ ਰਿਹਾ ਹੈ ਜਿਸ ਤਰ੍ਹਾਂ ਕੋਈ ਦੀਪਕ ਜਿਹੜਾ ਹੈ ਆਪਣੀ ਰੋਸ਼ਨੀ ਬਖੇਰਦਾ ਹੋਵੇ। ਤੇ ਕਵੀਆਂ ਦੇ ਚਿੱਤ ਜਿਹੜੇ ਨੇ ਗੁਰੂ ਨਾਨਕ ਦੇ ਸਰੂਪ ਨੂੰ ਬਿਆਨ ਕਰਦਿਆਂ ਲਾਲਚ ਵਸ ਹੋ ਰਹੇ ਹਨ ਜੀ। ਪਨੇ ਬੈਨੇ ਐਸੇ ਸੁਦਾਸਨ ਜੈਸੇ। ਆਂਦੇ ਇਸ ਤਰ੍ਹਾਂ ਬੈਨ ਉਚਾਰ ਰਹੇ ਨੇ ਜਿੱਦਾਂ ਮੁਖ ਦੇ ਵਿੱਚੋਂ ਅੰਮ੍ਰਿਤ ਜਿਹੜਾ ਹੈ ਉਹ ਕਿਰਦਾ ਹੋਵੇ। ਜੋ ਹੈ ਮੂਲ ਸਾਖੀ ਕਹਾਂ ਦੇਖ ਆਖੀ। ਆਂਦੇ ਡੂਮ ਨੂੰ ਆਖਣ ਲੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ। ਉੱਥੇ ਇੱਕ ਹੋਰ ਰੁੱਖ ਸੀ ਤੇ ਡੂਮ ਨੂੰ ਕਹਿੰਦੇ ਉਹ ਡੂਮ ਉਹ ਇੱਕ ਰੁੱਖ ਹੈ ਤੇ ਉਸ ਰੁੱਖ ਦੇ ਲਾਗੇ ਜਾ ਕੇ ਤੂੰ ਜਿਹੜਾ ਹੈ ਉਹਦੀਆਂ ਜੜ੍ਹਾਂ ਦੇ ਲਾਗੋਂ ਟੋਇਆ ਪੁੱਟਣਾ ਕਰ। ਜੋ ਚਾਹੋ ਸੋ ਪਾਵੇ ਨਿਸੰਸੇ ਦੇਵਾਵੇ। ਤੇ ਜਦੋਂ ਤੂੰ ਉੱਥੇ ਟੋਇਆ ਪੁੱਟੇਗਾ ਜੋ ਤੇਰੇ ਮਨ ਦੀ ਕਾਮਨਾ ਹੈ ਜੋ ਤੂੰ ਚਾਹੁੰਦਾ ਹੈ ਮੈਂ ਭੁੱਖਾ ਹਾਂ ਤੂੰ ਤ੍ਰਿਪਤ ਹੋ ਜਾਵੇਗਾ। ਜਿਨ ਭੁੱਖਾਂ ਸਭ ਗਵਾਈਆਂ। ਇਹ ਇਹੋ ਜਿਹਾ ਗੁਰੂ ਹੈ ਜਿਹਦੇ ਘਰ ਦੇ ਵਿੱਚ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ। ਤੇ ਜਿਹਨੂੰ ਮਿਲ ਜਾਂਦਾ ਹੈ ਫਿਰ ਉਹਦੀਆਂ ਭੁੱਖਾਂ ਜਨਮਾਂ ਜਨਮਾਂਤਰਾਂ ਦੀਆਂ ਮਿਟਾ ਕੇ ਰੱਖ ਦਿੰਦਾ ਹੈ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਜੋ ਉੱਥੋਂ ਇੱਛਾ ਕਰੇਗਾ ਮਿਲ ਜਾਵੇਗਾ। ਆਂਦੇ ਜਦੋਂ ਮੜਾਸੀ ਜਿਹੜਾ ਉਸ ਦਰਖਤ ਦੇ ਲਾਗੇ ਗਿਆ ਟੋਇਆ ਪੁੱਟਿਆ ਤੇ ਕੀ ਮਿਲਿਆ ਉੱਥੋਂ? ਉਹਨੂੰ ਇੱਕ ਸੋਨੇ ਦੀ ਅਸ਼ਰਫੀ ਜਿਹੜੀ ਹੈ ਮਿਲਣੀ ਕੀਤੀ ਹੈ। ਨਹੀਂ ਸੁਖ ਪਾਵੋ ਨ ਜੰਗ ਗ੍ਰਮ ਆਵੋ। ਘਰ ਘਰ ਦੇ ਵਿੱਚ ਆਟਾ ਇਕੱਠਾ ਕਰਨ ਵਾਲਾ ਥੋੜਾ ਬਹੁਤਾ ਗਾ ਕਰਕੇ ਮਿਲ ਜਾਣਾ ਤ੍ਰਿਪਤੀ ਹੋ ਜਾਣੀ ਇੱਕ ਦਿਨ ਦੀ। ਤੇ ਹੁਣ ਐਡੇ ਟਾਈਮ ਇੱਕ ਵਾਰੀ ਬੇਨਤੀ ਕੀਤੀ ਤੇ ਸੋਨੇ ਦੀ ਅਸ਼ਰਫੀ ਮਿਲ ਗਈ ਤੇ ਮਨ ਕਿਉਂ ਨਾ ਗਦਗਦ ਹੋਵੇਗਾ। ਮਨ ਖੁਸ਼ ਹੋ ਗਿਆ ਕਿ ਅੱਜ ਤੇ ਸੋਨੇ ਦੀ ਮੋਹਰ ਮਿਲ ਗਈ। ਆਂਦੇ ਸੋਨੇ ਦੀ ਮੋਹਰ ਲੈ ਕਰਕੇ ਸੋਚਦਾ ਹੈ ਹੁਣ ਰੋਟੀ ਵੀ ਖਾ ਲਵਾਂਗੇ, ਪਰਿਵਾਰ ਨੂੰ ਵੀ ਇੱਕ ਦੋ ਦਿਨ ਚੰਗਾ ਭੋਜਨ ਛਕਾ ਦੇਵਾਂਗੇ। ਇੰਨਾ ਖੁਸ਼ ਹੋਇਆ ਚਾਉ ਮੰਗਲ ਸਹਿਤ ਆਪਣੇ ਪਿੰਡ ਨੂੰ ਜਿਹੜਾ ਹੈ ਤੁਰ ਪੁੱਜਾ। ਸਭੇ ਕੋ ਸੁਨਾਵੋ ਏਕੰ ਸੰਤ ਆਵੋ। ਆਂਦੇ ਜਦੋਂ ਪਿੰਡ ਪੁੱਜਾ ਨਾ ਹੁਣ ਸਾਨੂੰ ਕੋਈ ਚੀਜ਼ ਮਿਲ ਜਾਵੇ। ਉਹ ਕਹਿੰਦੇ ਨਾ ਕਈ ਵਾਰ ਕਿ ਮਾਸੀ ਦੀ ਕੰਨੀ ਬੀਰ ਬੱਲੀਆਂ ਤੇ ਤੈਨੂੰ ਕਾਹਦਾ ਭਾਅ ਵਾਲੀਆਂ ਕਿਸੇ ਦੇ ਕੰਨਾਂ 'ਚ ਸੋਨੇ ਦੀਆਂ ਪਈਆਂ ਤੇ ਵੇਖ ਵੇਖ ਅਸੀਂ ਸੜੀ ਜਾਈਏ ਤੇ ਬੜਾ ਮਾੜਾ ਕੰਮ ਹੋ ਜਾਂਦਾ ਹੈ। ਤੇ ਉੱਥੇ ਕਵਿਰਾਜ ਜੀ ਹੁਣ ਬੜਾ ਸੁੰਦਰ ਵਿਖਿਆਨ ਕਰਦੇ ਨੇ। ਕਿਸੇ ਨੂੰ ਕੁਝ ਮਿਲ ਗਿਆ ਸੰਸਾਰ ਦੇ ਉੱਤੇ ਉਹ ਵੀ ਬੜਾ ਰੌਲਾ ਪਾਉਂਦਾ ਹੈ ਮੇਰੇ ਕੋਲ 2 ਗੱਡੀਆਂ, ਮੇਰੇ ਕੋਲ 4 ਗੱਡੀਆਂ, ਮੇਰੀਆਂ ਕੋਠੀਆਂ, ਮੇਰੀਆਂ ਕਾਰਾਂ ਆਪ ਦੇਖੋ। ਤੇ ਹੁਣ ਜਦੋਂ ਇਹਨੂੰ ਅਸ਼ਰਫੀ ਮਿਲੀ ਤੇ ਇਹਨੇ ਪਿੰਡ ਵਿੱਚ ਜਾ ਕੇ ਢੰਡੋਰਾ ਪਿੱਟ ਦਿੱਤਾ। ਕਹਿੰਦਾ ਜੀ ਬਾਹਰ ਇੱਕ ਸੰਤ ਆਇਆ ਹੈ ਰੱਬ ਰੂਪ ਜੇ ਲੋਕੋ ਜਾਓ ਦਰਸ਼ਨ ਕਰੋ ਉਹਦੇ ਜਾ ਕਰਕੇ। ਮੈਨੂੰ ਤਾਂ ਉੱਥੋਂ ਇੱਕ ਅਸ਼ਰਫੀ ਮਿਲੀ ਹੈ। ਜੋ ਚਾਹੇ ਸੋ ਦੇ ਉਦਾਰਮ ਬੜੇ। ਉਹ ਬੜਾ ਉਦਾਰ ਚਿੱਤ ਹੈ ਭਾਵ ਉਹਦੇ ਮਨ ਦੇ ਅੰਦਰ ਕਿਸੇ ਪ੍ਰਤੀ ਵੀ ਕੋਈ ਵੀ ਸ਼ੰਕਾ ਨਹੀਂ। ਜਿਹੜਾ ਉਹਦੇ ਕੋਲ ਜਾਵੇਗਾ ਉਹਦੇ ਕੋਲ ਉਹੋ ਜਿਹੀ ਜੋ ਚੀਜ਼ ਮੰਗੇਗਾ ਉਹ ਪਾ ਲਵੇਗਾ। ਸੁਣੋ ਸਰੋਨ ਬੈਨ ਗਹੂ ਦੇ ਦੀਨ ਜੋ ਨਵ। ਆਂਦੇ ਜਿਨ੍ਹਾਂ ਦੇ ਕੰਨਾਂ ਨੇ ਵੀ ਇਹ ਬਚਨ ਸੁਣੇ ਨਾ ਇੱਕ ਬਾਰ ਸੰਤ ਆਇਆ ਏ ਇੱਕ ਰੱਬੀ ਰੂਹ ਆਈ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਗੁਰੂ ਨਾਨਕ ਆਇਆ ਹੈ। ਉਹ ਦੀਨ ਬਣ ਕੇ ਭਾਵ ਭਿਖਾਰੀ ਬਣ ਕੇ ਨਾ
ਤਤਪਰ ਹੋ ਗਏ ਕਿ ਅਸੀਂ ਉੱਧਰ ਨੂੰ ਚੱਲੀਏ। ਗਏ ਤਾਹੇ ਤਾਈ ਬਰਾਜੇ ਜੇ ਜਾਹੀ। ਆਂਦੇ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰੁੱਖ ਦੀ ਛਾਂ ਹੇਠ ਆਪਣੇ ਸਾਥੀਆਂ ਭਾਈ ਮਰਦਾਨੇ, ਭਾਈ ਬਾਲੇ ਦੇ ਨਾਲ ਬਿਰਾਜਮਾਨ ਸਨ, ਵਾਹਿਗੁਰੂ ਦੀ ਕੀਰਤੀ ਕਰਦੇ ਸਨ, ਉਧਰ ਨੂੰ ਲੋਕ ਜਿਹੜੇ ਹੋ ਚੱਲੇ। ਦੋਹਰਾ ਜੋ ਜੋ ਜਾਚੇ ਆਏ ਨਾ ਸੋ ਸੋ ਦੇ ਬਤਾਏ। ਆਂਦੇ ਜਿਉ ਜੋ ਆਪਣੀਆਂ ਮਨੋ ਕਾਮਨਾਵਾਂ ਲੈ ਕਰਕੇ ਗੁਰੂ ਨਾਨਕ ਦੇ ਦਰ ਦੇ ਉੱਤੇ ਆ ਰਿਹਾ ਸੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਗੁਰੂ ਕਿਰਪਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਜਦੋਂ ਸਿੱਧਾਂ ਦੀ ਗੋਸ਼ਟ ਹੋਈ ਨਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ, ਅੱਗੇ ਬਚਨ ਆ ਜਾਣੇ, ਤੇ ਉਦੋਂ ਭਾਈ ਗੁਰਦਾਸ ਜੀ ਲਿਖਦੇ ਨੇ, ਆਂਦੇ ਸਿੱਧ ਵੀ ਢਹਿ ਢੇਰੀ ਹੋ ਗਏ। ਤੇ ਉਹਨਾਂ ਨੇ ਆਪਣੇ ਅਲਫਾਜ਼ਾਂ ਦੇ ਰਾਹੀਂ ਜਦੋਂ ਸਿਫਤ ਤੇ ਸਲਾਹ ਦੇ ਗੀਤ ਗਾਏ ਨਾ, ਤੇ ਉਹਨਾਂ ਨੇ ਵੀ ਗੁਰੂ ਨਾਨਕ ਨੂੰ ਨਮਸਕਾਰ ਕਰ ਦਿੱਤੀ ਸੀ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਕਿਰਪਾ ਕਰੋ ਧੰਨ ਨਾਨਕ ਤੇਰੀ ਵੱਡੀ ਕਮਾਈ। ਫਿਰ ਗੁਰੂ ਕਿਰਪਾ ਕਰੋ ਧੰਨ ਨਾਨਕ ਤੇਰੀ ਵੱਡੀ ਕਮਾਈ। ਹੁਣ ਇੱਥੇ ਵੀ ਜਦੋਂ ਉਸ ਡੂਮ ਨੇ ਪਿੰਡ ਦੇ ਵਾਸੀਆਂ ਨੂੰ ਜਾ ਕੇ ਦੱਸਿਆ, ਤੇ ਪਿੰਡ ਦੇ ਲੋਕ ਤਤਪਰ ਹੋ ਗਏ। ਕੋਈ ਸੰਤ ਆਇਆ ਜਿਹਦੇ ਕੋਲੋਂ ਜੋ ਮੰਗੀਏ ਉਹ ਮਿਲਦਾ ਪਿਆ ਏ। ਆਂਦੇ ਹੁਣ ਲੋਕ ਜਾ ਰਹੇ ਨੇ, ਜੋ ਜੋ ਜਾਚੇ ਆਏ ਨਰ ਸੋ ਸੋ ਦੇਹ ਬਤਾਏ। ਜਿਹੜਾ ਵੀ ਕੋਈ ਆਪਣੀ ਗੱਲਬਾਤ ਗੁਰੂ ਨਾਨਕ ਨੂੰ ਪੁੱਛਣਾ ਕਰਦਾ ਹੈ ਕਿ ਆਹ ਕਿੱਦਾਂ ਤੇ ਉਹ ਕਿੱਦਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਤਸੱਲੀ ਕਰਾ ਰਹੇ ਨੇ, ਉਹਨਾਂ ਨੂੰ ਤ੍ਰਿਪਤ ਕਰ ਰਹੇ ਨੇ। ਜੋ ਜੋ ਅੰਦਰ ਦੀਆਂ ਭਾਵਨਾਵਾਂ ਨੇ ਉਹ ਉਹਨਾਂ ਦੀਆਂ ਪ੍ਰਗਟ ਕਰ ਰਹੇ ਹਨ ਜੀ। ਕਿਸ ਥਾਨ ਕੇ ਤਰ ਤਰ ਜਾਏ ਕਹਾਂ ਤੇ ਪਾਏ। ਕੁਝ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਬਾਬਾ ਨਾਨਕ ਬੈਠਾ ਕੀਤੇ ਹੈ। ਇਸ ਕਰਕੇ ਕੁਝ ਲੋਕ ਇਹੋ ਜਿਹੇ ਜੋ ਕੁਛ ਹੁੰਦਿਆਂ ਹੋਇਆਂ ਉਸ ਥਾਂ ਦੇ ਉੱਤੇ ਪੁੱਜ ਰਹੇ ਹਨ। ਰਸਾਵਨ ਸੰਗ ਜਾ ਸੰਗ ਦੇਸ ਪਹਿਲਾ ਆਗਮ ਕਟੇਲਾ। ਅਤੇ ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਦੁੱਖਾਂ ਦਾ ਨਾਸ਼ ਕਰਨ ਵਾਲੇ ਸਨ, ਜੋ ਵੈਰੀਆਂ ਨੂੰ ਸੋਧਣ ਵਾਲੇ ਸਨ, ਉਹਨਾਂ ਦਾ ਪ੍ਰਤਾਪ ਦਿਨੋਂ ਦਿਨ ਜਿਹੜਾ ਸੀ ਉਸ ਨਗਰ ਦੇ ਵਿੱਚ ਫੈਲ ਰਿਹਾ ਸੀ। ਮਹਾਸੰਤ ਰੂੜਾ ਪੂਏ ਬੈਣ ਪੂਰਾ। ਤੇ ਲੋਕੀ ਕਿਸ ਤਰ੍ਹਾਂ ਵਡਿਆਈ ਕਰਦੇ ਸਨ ਉਸ ਨਗਰ ਤੇ। ਕਹਿੰਦੇ ਬੜਾ ਵੱਡਾ ਸੰਤ ਹੈ, ਬੜਾ ਵੱਡਾ ਉਹਦਾ ਪ੍ਰਤਾਪ ਹੈ, ਉਹਦਾ ਸਰੂਪ ਜਿਹੜਾ ਹੈ ਦੇਖਣ ਯੋਗ ਹੈ। ਤੇ ਉਹਦੇ ਕੋਲ ਜਿਹੜਾ ਜਾ ਕੇ ਬੈਠ ਜਾਂਦਾ ਹੈ ਉਹ ਕਹਿੰਦਾ ਮਰਦਾਨਿਆਂ ਸ਼ੇਰ ਰਬਾਬ ਕਿਤ ਸਿਫਤ ਸਲਾਹ ਉਸ ਕਰਤਾਰ ਦੀ ਕਰੀਏ। ਜਦੋਂ ਸਿਫਤ ਸਲਾਹ ਦੇ ਉਹ ਗੀਤ ਗਾਉਂਦਾ ਜੇ, ਉਸ ਸਿਫਤ ਸਲਾਹ ਦੇ ਗੀਤਾਂ ਤੋਂ ਬਾਅਦ ਜਦੋਂ ਫਰਿਆਦਿਆਂ ਦੀ ਫਰਿਆਦ ਸੁਣਦਾ ਹੈ, ਉਹਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਜਿਹੜੇ ਬਚਨ ਨੇ, ਜੋ ਕਹਿ ਦਿੰਦਾ ਹੈ ਉਹ ਪੂਰੇ ਹੋ ਜਾਂਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਚਨ ਰੱਖਾਂ ਬਾਣੀ ਦਾ ਨਾਲ। ਮੇਰੇ ਬਾਬੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਹੈ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੈ ਜੋ ਬੋਲੇ, ਈਹਾ ਊਹਾ ਸੱਚ ਹੋਵੇ। ਇਹ ਗੁਰੂ ਨਾਨਕ ਦੇ ਘਰ ਦੀ ਸਿਫਤ ਸਲਾਹ ਜੋ ਆਪ ਜੀ ਸਰਵਣ ਕਰ ਰਹੇ ਹੋ। ਸਾਹਿਬ ਜੀ ਕਹਿੰਦੇ ਪਏ ਨੇ ਜੋ ਜੋ ਮੰਗਦੇ ਨੇ ਉਹ ਪੂਰਾ ਹੁੰਦਾ ਹੈ। ਬੜੋ ਦੀਨ ਦਾਨੀ ਨਾ ਕਹੂ ਸਮਾਨੀ। ਹੁਣ ਲੋਕੀ ਕੀ ਸਿਫਤ ਸਲਾਹ ਕਰਦੇ ਨੇ ਉਹ ਸੁਣੋ। ਕਹਿੰਦੇ ਬੜੇ ਵੱਡੇ ਦਾਨੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਵਰਗਾ ਸੰਸਾਰ ਦੇ ਉੱਤੇ ਕੋਈ ਇਹੋ ਜਿਹਾ ਉਹਨਾਂ ਦੇ ਸਮਾਨ ਅੰਤਰ। ਆਪਾਂ ਵੇਖਦੇ ਨਾ ਇੱਕ ਭਰਾ ਨੇ ਕੋਠੀ ਪਾਈ ਹੋਵੇ, ਹੁਣ ਦੂਜੇ ਨੇ ਵੀ ਕੋਠੀ ਪਾ ਲਈ, ਚਲੋ ਪਾ ਲਈਆਂ, ਉਹਦਾ ਨਕਸ਼ਾ ਵੱਖਰਾ ਹੋਵੇਗਾ, ਦੂਸਰੇ ਦਾ ਵੱਖਰਾ ਹੋਵੇਗਾ, ਉਹਦੇ 4 ਕਮਰੇ ਘੱਟ ਹੋਣਗੇ, ਉਹਦੇ ਵੱਧ ਹੋਣਗੇ,
ਪਰ ਕਈ ਵਾਰ ਆਪਾਂ ਇੱਦਾਂ ਦੇਖਦੇ ਹਾਂ 3 ਜਾਂ 4 ਭਰਾਵਾਂ ਦੀਆਂ ਕੋਠੀਆਂ ਇੱਕੋ ਜਿਹੀਆਂ ਹੀ ਹੁੰਦੀਆਂ, ਇੱਕੋ ਜਿਹਾ ਰੰਗ, ਇੱਕੋ ਜਿਹਾ ਹੀ ਅੰਦਰ ਵੜਨ ਵਾਸਤੇ ਰਸਤਾ, ਅੰਦਰੋਂ ਬਾਹਰੋਂ। ਭਾਵ ਬਾਪ ਨੇ ਇੱਦਾਂ ਸੋਚਿਆ ਕਿ ਕੋਈ ਪੁੱਤਰ ਜਿਹੜਾ ਹੈ ਮੈਨੂੰ ਘੱਟ ਵੱਧ ਨਾ ਸਮਝ ਲੈ, ਮੈਂ ਸਾਰਿਆਂ ਨੂੰ ਬਰਾਬਰ ਦੀਆਂ ਕੋਠੀਆਂ ਇੱਕੋ ਜਿਹੀਆਂ ਪਾ ਦੇਣੀਆਂ। ਇਹ ਤਾਂ ਸਮਾਨ ਅੰਤਰ ਦੀ ਗੱਲ ਹੋ ਗਈ ਦੁਨਿਆਵੀ ਪੱਖ ਦੀ। ਉੱਥੇ ਕੋਈ ਕਰ ਸਕਦਾ ਹੈ ਕਿਉਂਕਿ ਪੈਸੇ ਦੀ ਖੇਡ ਹੈ, ਅਤੇ ਪੈਸੇ ਦੀ ਖੇਡ ਦੇ ਨਾਲ ਤਾਂ ਬਹੁਤ ਕੁਝ ਵਿਕ ਜਾਂਦਾ ਅੱਜ ਸੰਸਾਰ ਦੇ ਉੱਤੇ, ਅਤੇ ਬਹੁਤ ਕੁਝ ਆਪਾਂ ਖਰੀਦ ਵੀ ਸਕਦੇ ਹਾਂ। ਇੱਕ ਰੱਬ ਹੈ ਜਿਹੜਾ ਪੈਸਿਆਂ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ। ਉਹ ਤੇ ਪ੍ਰੇਮ ਦੀਆਂ ਪਾ ਕੇ ਡੋਰੀਆਂ ਭਗਤਾਂ ਨੇ ਰੱਬ ਵਸ ਕੀਤਾ। ਇਸ ਤਰ੍ਹਾਂ ਤਾਂ ਖਰੀਦਿਆ ਜਾ ਸਕਦਾ ਹੈ, ਪਰ ਪੈਸੇ ਨਾਲ ਰੱਬ ਨੂੰ ਤੋਲਿਆ ਜਾਂ ਖਰੀਦਿਆ ਨਹੀਂ ਜਾ ਸਕਦਾ। ਆਂਦੇ ਗੁਰੂ ਨਾਨਕ ਦੀ ਇੰਨੀ ਸਿਫਤ, ਇੰਨੀ ਸਲਾਹ ਕਿ ਉਹਨਾਂ ਦਾ ਸਮਾਨ ਭਾਵ ਸਮਾਨ ਅੰਤਰ ਉਹਨਾਂ ਦੇ ਬਰਾਬਰ ਹੋਰ ਕੋਈ ਦੂਜਾ ਨਹੀਂ। ਸੁਣੇ ਲੋਕ ਜੋ ਪੇਖੇ ਤਾਏ ਸੋ। ਜਿਹੜੀ ਦੁਨਿਆਵੀ ਲੋਕ ਉਦੋਂ ਸੁਣਦੇ ਜਾ ਰਹੇ ਸਨ, ਨਗਰ ਦੇ ਵਿੱਚ ਇੱਕ ਸਾਧੂ ਆਇਆ, ਇੱਕ ਸੰਤ ਆਇਆ, ਬ੍ਰਹਮ ਗਿਆਨੀ ਆਇਆ ਹੈ, ਗੁਰੂ ਨਾਨਕ ਆਇਆ, ਅਕਾਲ ਪੁਰਖ ਦਾ ਰੂਪ। ਉਹ ਉਧਰ ਨੂੰ ਤੁਰੇ ਜਾ ਰਹੇ ਦਰਸ਼ਨ ਕਰਨ ਵਾਸਤੇ ਜੀ। ਜਬੇ ਜਾਏ ਹੇਰੇ ਕਰੇ ਜਿਤ ਜੀਰੈ। ਆਂਦੇ ਜਿਹੜੇ ਗੁਰੂ ਨਾਨਕ ਦੇ ਹੇਰੇ ਚਲੇ ਜਾਂਦੇ ਸਨ, ਭਾਵ ਜਿਹੜੇ ਨੇੜੇ ਚਲੇ ਜਾਂਦੇ ਸਨ, ਉਹਨਾਂ ਦੀ ਸੰਗਤ ਜਿਹੜੇ ਮਾਨ ਰਹੇ ਸਨ, ਉਹ ਉਹਨਾਂ ਦੇ ਚੇਲੇ ਬਣਦੇ ਜਾ ਰਹੇ ਸਨ। ਪਿਆਰ ਨਾਲ ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਇੰਨਾ ਪ੍ਰਤਾਪ, ਇੰਨੀ ਉਹਨਾਂ ਦਾ ਤੇਜ ਪ੍ਰਤਾਪ ਹੈ, ਜਿਹੜੇ ਇੱਕ ਵਾਰੀ ਦਰਸ਼ਨ ਕਰ ਲੈਂਦਾ ਉਹ ਗੁਰੂ ਨਾਨਕ ਦੇ ਘਰ ਦਾ ਹੀ ਬਣ ਕੇ ਰਹਿ ਜਾਂਦਾ। ਪਿਆਰ ਨਾਲ ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਆਂਦੇ ਉਹ ਚੇਲੇ ਬਣਦੇ ਜਾ ਰਹੇ ਹਨ। ਭਾਈ ਵੀਰ ਪਾਰੀ ਨਾ ਮੋਕੇ ਨਿਹਾਰੀ। ਉੱਥੇ ਆਂਦੇ ਬੜੀ ਭੀੜ ਲੱਗ ਗਈ। ਜਦੋਂ ਹੁਣ ਕਿਸੇ ਗੱਲ ਦੀ ਕਿਸੇ ਨੂੰ ਪਤਾ ਲੱਗ ਜਾਵੇ, ਇੱਕ ਜਾਦੂਗਰ ਜਿਹੜਾ ਹੈ ਉਹ ਆ ਜਾਵੇ ਕਿਤੇ ਆਪਣੀ ਜਾਦੂਗਰਨੀ ਦਿਖਾਉਣ ਵਾਸਤੇ, ਆਪਣੀ ਜਾਦੂਗਰਨੀ ਦੀ ਖੇਡ। ਬਾਣੀ ਕਹਿੰਦੀ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ। ਉਹ ਡਮਰੂ ਵਜਾਉਂਦਾ ਆ ਕਰਕੇ ਲਾਗੇ ਲੁਕਾਈ ਜਿਹੜੀ ਹੈ ਆਲੇ ਦੁਆਲੇ ਦੀ ਇਕੱਠੀ ਹੋ ਜਾਂਦੀ ਹੈ, ਪਤਾ ਨਹੀਂ ਕਿਹੜੀ ਖੇਡ ਵਿਖਾਉਣੀ ਹੈ। ਆਂਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇੰਨਾ ਪ੍ਰਤਾਪ ਵਧਿਆ, ਜਿਹਨੇ ਸੁਣਿਆ, ਜਿਹਨੇ ਨਾਨਕ ਸਤਿਗੁਰੂ ਸੁਣਿਆ, ਵੇਖਿਆ, ਫਿਰ ਗਰਬਾਸਨਾ ਭਰਿਆ, ਉਹ ਸਾਰੇ ਹੁਣ ਉੱਥੇ ਇਕੱਠੇ ਹੋ ਗਏ। ਅਤੇ ਇੱਦਾਂ ਇਕੱਠੇ ਹੁੰਦੇ ਜਾ ਰਹੇ ਨੇ ਕਿ ਉੱਥੇ ਭੀੜ ਦਾ ਜਿਹੜਾ ਸੀ ਨਾ ਉਹ ਅੰਤ ਹੀ ਨਹੀਂ ਮੁੱਕਦਾ ਪਿਆ ਸੀ। ਤੁਸੀਂ ਦੇਖਿਓ ਕੱਲ੍ਹ ਨੂੰ ਸੰਗਰਾਮ ਦਾ ਦਿਹਾੜਾ ਹੈ। ਕੱਲ੍ਹ ਵੀ ਗੁਰੂ ਘਰ ਦੇ ਵਿੱਚ ਜਿਹੜੀ ਹੈ ਉਹ ਅੰਮ੍ਰਿਤ ਬਾਣੀ ਦੀ ਗੁਰ ਇਤਿਹਾਸ ਦੀ ਸ਼ਹਿਬਰ ਲੱਗਣੀ ਹੈ, ਦੀਵਾਨ ਸੱਜਣੇ ਨੇ। ਅਤੇ ਪਰਸੋਂ ਐਤਵਾਰ ਆ ਰਿਹਾ ਹੈ, ਅਤੇ ਐਤਵਾਰ ਵੀ ਮਹਾਨ ਗੁਰਮਤਿ ਸਮਾਗਮ ਹੋਣੇ ਨੇ, ਅਤੇ ਸੰਗਤ ਨੂੰ ਤਕਰੀਬਨ 10-10, 15-15 ਮਿੰਟ ਜਿਹੜੇ ਨੇ ਮੱਥਾ ਟੇਕਣ ਲਈ ਇਸ ਸਥਾਨ 'ਤੇ ਲੱਗ ਜਾਂਦੇ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਇਹ ਸਿਫਤ ਸਲਾਹ ਹੈ ਗੁਰੂ ਨਾਨਕ ਦੇ ਘਰ ਦੀ। ਕਹਿੰਦੇ ਇੰਨੀ ਕਿ ਵਡਿਆਈ ਵਧੀ, ਉੱਥੇ ਭੀੜ ਹੁਣ ਜੁਟ ਗਈ ਹੈ। ਆਂਦੇ ਦੋਨੋਂ ਹੱਥ ਜੋੜ ਕਰਕੇ ਉਹ ਆਪ ਜੀ ਦਾ ਉਪਦੇਸ਼ ਗ੍ਰਹਿਣ ਕਰਦੇ ਹਨ। ਨੇ ਜਗ ਜੋ ਉਪਦੇਸਾ ਕਰੋ ਸਤ ਦੇਸਾ। ਆਂਦੇ ਜਿਹੜੇ ਗੁਰੂ ਦਾ ਉਪਦੇਸ਼ ਸੀ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਉਹ ਲੋਕਾਂ ਨੂੰ ਜਿਹੜਾ ਸੀ ਸ਼ਾਂਤ ਕਰ ਰਿਹਾ ਸੀ। ਆਂਦੇ ਗੁਰੂ ਜੀ ਦਾ ਦਰਸ਼ਨ ਕਰਦਿਆਂ ਜੋ ਲੋਕ ਉੱਥੇ ਆ ਰਹੇ ਸਨ, ਉਹਨਾਂ ਦੇ ਅੰਦਰਲੇ ਪਾਪ ਜਿਹੜੇ ਸਨ ਉਹ ਮੁੱਕਦੇ ਜਾ ਰਹੇ ਸਨ, ਅਤੇ ਅੰਦਰ ਹਿਰਦਾ ਜਿਹੜਾ ਸੀ ਪਵਿੱਤਰ ਅਤੇ ਪਾਵਨ ਹੁੰਦਾ ਜਾ ਰਿਹਾ ਹੈ। ਆਂਦੇ ਇੰਨਾ ਉਹਨਾਂ ਦਾ ਪ੍ਰਤਾਪ ਸੀ ਕਿ ਨਾਮ ਨੂੰ ਸੁਣ ਕਰਕੇ, ਨਾਮ ਦਾ ਉਪਦੇਸ਼ ਲੈ ਕਰਕੇ ਉਹਨਾਂ ਲੋਕਾਂ ਦੇ ਚਿੱਤ ਜਿਹੜੇ ਸਨ ਉਹ ਨਿਕੰਦਰ ਹੁੰਦੇ ਜਾ ਰਹੇ ਸਨ, ਭਾਵ ਉਹਨਾਂ ਦੇ ਅੰਦਰਲੇ ਪਾਪ ਦੂਰ ਹੁੰਦੇ ਜਾ ਰਹੇ ਸਨ। ਜਦੋਂ ਦਇਆ ਦਾ
ਦਾਨੀ ਅਕਾਲ ਪੁਰਖ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਉੱਥੋਂ ਦੇ ਲੋਕਾਂ ਦਾ ਆਉਣਾ ਸੁਣਿਆ ਹੈ ਜੀ। ਦਮੰਗ ਕੰਜ ਨੈਣ ਬਣੀ ਸਰਬੈਨ, ਤੇ ਉਹ ਜਿਹੜੇ ਉਹਨਾਂ ਦੇ ਨੈਣ ਹਨ ਜੋ ਪਾਪਾਂ ਦਾ ਨਾਸ਼ ਕਰਨ ਵਾਲੇ ਹਨ, ਉਹ ਇਸ ਤਰ੍ਹਾਂ ਹਨ ਕਿ ਜਿਹੜਾ ਦਰਸ਼ਨ ਕਰਦਾ ਹੈ ਉਹ ਮੁਕਤ ਹੋਈ ਜਾ ਰਿਹਾ ਹੈ। ਕਰੋ ਸੰਤ ਸੇਵਾ ਜਪੋ ਨਾਮ ਦੇਵਾ। ਤੇ ਲੋਕੀ ਪੁੱਛਦੇ ਹਨ ਕਿ ਬਾਬਾ ਜੀ ਆਪਾਂ ਕਰੀਏ ਕੀ? ਤੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਉਸ ਪਿੰਡ ਦੇ ਜੋ ਵਸਿੰਦੇ ਹਨ ਉਪਦੇਸ਼ ਦੇ ਰਹੇ ਨੇ। ਆਂਦੇ ਕਰੋ ਸੰਤ ਸੇਵਾ ਜਪੋ ਨਾਮ ਦੇਵਾ। ਤੁਸੀਂ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰੋ ਅਤੇ ਪ੍ਰਭੂ ਦਾ ਨਾਮ ਜਪੋ ਜੀ। ਰੀਦੇ ਮਉਤਾਰੋ ਵਿਕਾਰੰ ਨਿਵਾਰੋ। ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਜਿਹੜਾ ਹੈ ਉਹ ਪਿਆਰ ਧਾਰਨ ਕਰੋ। ਤੇ ਗੁਰੂ ਕੀ ਸੰਗਤ ਜੀ ਪਿਆਰ ਵੀ ਤਾਂ ਆਵੇਗਾ ਜੇ ਕਿਸੇ ਦਾ ਡਰ ਹੋਵੇਗਾ। ਧਿਆਨ ਦੇਣਾ, ਜੇ ਬੱਚੇ ਨੂੰ ਆਪਣੇ ਮਾਪਿਆਂ ਦਾ ਡਰ ਨਹੀਂ ਤੇ ਉਹ ਮਾਪਿਆਂ ਦਾ ਪਿਆਰ ਵੀ ਕਬੂਲ ਨਹੀਂ ਸਕਦਾ। ਜਿਹੜਾ ਬੱਚਾ ਬਾਪ ਕੋਲੋਂ ਮਾਂ ਕੋਲੋਂ ਬਾਪ ਦੀ ਘੂਰਨੀ ਤੇ ਮਾਂ ਦੀ ਝਿੜਕ ਤੋਂ ਡਰਦਾ ਹੈ, ਉਹ ਮਾਂ ਦੀ ਗੋਦ ਦਾ ਪਿਆਰ ਵੀ ਅਵਸ਼ ਮਾਨੇਗਾ। ਜੇ ਨਹੀਂ ਤੇ ਫਿਰ ਪੁੱਤਰ ਜਿਹੜਾ ਹੈ ਉਹ ਮੂੰਹ ਜੋੜ ਹੋ ਜਾਵੇਗਾ। ਇਸ ਕਰਕੇ ਸਾਹਿਬ ਜੀ ਇੱਥੇ ਕਹਿੰਦੇ ਪਏ ਨੇ ਹਿਰਦੇ ਵਿੱਚ ਭਾਉ, ਡਰ ਵੀ ਇਹਦੇ ਅਰਥ ਆਏ ਨੇ ਤੇ ਭਾਉ ਪਿਆਰ ਵੀ ਅਰਥ ਆਏ ਨੇ। ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਡਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਰੱਬ ਹਨ, ਇਹਦਾ ਨਿਰਾਦਰ ਨਹੀਂ ਕਰਨਾ, ਉਹਨਾਂ ਦੇ ਹਿਰਦੇ ਦੇ ਵਿੱਚ ਹੀ ਫਿਰ ਸਤਿਕਾਰ ਤੇ ਪਿਆਰ ਹੈ। ਜਿਹੜੇ ਵਰਕੇ ਸਮਝ ਲੈਂਦੇ ਨੇ, ਜਿਹੜੇ ਸਿਰਫ ਇੱਕ ਛਾਪਾ ਸਮਝ ਲੈਂਦੇ ਨੇ ਮਸ਼ੀਨੀ, ਉਹ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਤੋਂ ਵੀ ਜਿਹੜੇ ਸੰਕੋਚ ਨਹੀਂ ਕਰਦੇ। ਜਿਹੜੇ ਰੱਬ ਜਾਣਦੇ ਨੇ ਉਹ ਆਪ ਡਰਦੇ ਨੇ, ਹੋਰ ਨਾਂ ਨੂੰ ਵੀ ਮਤ ਦਿੰਦੇ ਨੇ ਭਲਿਆ ਇਹ ਰੱਬ ਹੈ, ਇਹ ਤੋਂ ਡਰ ਕੇ ਰਹਿ, ਇਹਦੇ ਨਾਲ ਤੇਰਾ ਪਿਆਰ ਪੈ ਜਾਵੇਗਾ। ਕਵੀ ਰਾਜ ਜੀ ਕਹਿੰਦੇ ਪਏ ਨੇ ਕਿ ਹਿਰਦੇ ਦੇ ਵਿੱਚ ਤੁਸੀਂ ਭਾਉ ਤੇ ਪਿਆਰ ਰੱਖੋ, ਤੁਹਾਡੇ ਵਿਕਾਰ ਜਿਹੜੇ ਦੂਰ ਹੋ ਜਾਣਗੇ। ਜੇ ਕੰਗ ਕਾਲ ਬੀਜੇ ਦੇ ਨੰਗ ਦੇ ਸੀਜੇ। ਆਂਦੇ ਹੋਰ ਬਚਨ ਕਰੋ ਗੁਰੂ ਨਾਨਕ ਜੀ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪਣੇ ਚਿੱਤ ਦੇ ਵਿੱਚ ਕਾਲ ਨੂੰ ਚੇਤੇ ਰੱਖਿਓ। ਕਾਲ ਨੂੰ, ਹੁਣ ਕਾਲ ਨਾਮ ਹੈ ਮੌਤ ਦਾ। ਆਂਦੇ ਮੌਤ ਨੂੰ ਹਮੇਸ਼ਾ ਚੇਤੇ ਰੱਖਿਓ ਹੈ ਨਗਰ ਦੇ ਵਾਸੀਓ, ਕਿਉਂਕਿ ਦੇਖੋ ਦਿਨਮ ਦੇਹ ਸ਼ੀਨੇ, ਤੁਹਾਡੀ ਉਮਰ ਜਿਹੜੀ ਹੈ ਉਹ ਛਿਜਦੀ ਜਾ ਰਹੀ ਹੈ। ਇੱਕ ਪਾਵਨ ਬਚਨ ਹੈ ਰਾਗ ਸੋਰਠ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ। ਉੱਥੇ ਜਦੋਂ ਇਸ ਉਮਰ ਦੇ ਪਰਥਾਏ ਬਚਨ ਆਏ, ਮੈਨੂੰ ਬਚਨ ਸਾਹਮਣੇ ਆਇਆ, ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂ। ਇੱਥੇ ਕਹਿੰਦੇ ਪਏ ਨੇ ਦੀਨਮ ਦੇਹ ਛੀਜੈ, ਦਿਨੋਂ ਬਾਅਦ ਦਿਨ ਤੇਰੀ ਦੇਹ ਜਿਹੜੀ ਹੈ ਛਿਜਦੀ ਜਾ ਰਹੀ ਹੈ, ਕਮਜ਼ੋਰ ਹੁੰਦੀ ਜਾ ਰਹੀ ਹੈ। ਇੱਦਾਂ ਕਹਿ ਲਈਏ ਤੇਰੀ ਉਮਰ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਤੇ ਉੱਥੇ ਧੰਨ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਪਏ ਨੇ ਕਿ ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਕਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਤਕ ਜਿਉ, ਕਹੋ ਕਵਨ ਬਿਦ ਕੀਜੈ। ਇੱਕ ਹੋਰ ਬਚਨ ਆਇਆ ਨੈਣੋ ਨੀਰ ਬਹੇ ਤਨ ਖੀਨਾ ਭਏ, ਕੇਸ ਗੁਦਵਾਨੇ ਰੁਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਹ ਕਰੇ ਪ੍ਰਾਨੀ। ਕੁਝ ਉਪਾਅ ਕੀਤਾ ਜੋ ਇਹਨਾਂ ਤੋਂ ਬਚਣ ਦੇ ਲਈ। ਬਚਪਨ ਮਿਲ ਗਿਆ, ਚਲਾ ਗਿਆ ਵਿਅਰਥ, ਜਵਾਨੀ ਆਈ ਉਹ ਵੀ ਵਿਅਰਥ ਚਲੀ ਗਈ, ਬੁਢੇਪਾ ਆਇਆ ਜੇ ਉਹਨੂੰ ਵੀ ਨਾ ਸਮਝਿਆ ਤੇ ਫਿਰ ਯਾਦ ਰੱਖੀ 12 ਬਰਸ ਬਾਲਪਨ ਬੀਤੈ, 20 ਬਰਸ ਕਛ ਤਪ ਨ ਕੀਓ, 30 ਬਰਸ ਕਛ ਦੇਵ ਨ ਪੂਜਾ, ਫਿਰ ਪਛਤਾਣਾ ਬਿਰਧ ਭਇਓ, ਮੇਰੀ ਮੇਰੀ ਕਰਤੈ ਜਨਮ ਗਇਓ। ਫਿਰ ਤੇ ਇੱਦਾਂ ਹੋਵੇਗਾ ਰੈਨ ਗਵਾਈ ਵਾਹਿਗੁਰੂ ਦਿਵਸ ਗਵਾਇਆ ਖਾਏ ਕੈ, ਰੈਨ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੈ ਜਾਏ। ਰੈਨ ਸੁੱਤਿਆਂ ਚਲੀ ਜਾਂਦੀ ਹੈ ਤੇ ਦਿਨ ਜਿਹੜਾ ਹੈ ਖਾਣ ਪੀਣ ਦੇ ਵਿੱਚ ਚਲਾ ਗਿਆ ਤੇ
ਹੀਰੇ ਵਰਗਾ ਜਿਹੜਾ ਜਨਮ ਸੀ ਉਹਨੂੰ ਕੋਡੀਆਂ ਦੇ ਭਾਅ ਵੇਚ ਦਿੱਤਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਮਤ ਸਮਝਣਾ ਕਿ ਇਹ ਉਸ ਸਮੇਂ ਦੀ ਸਾਖੀ ਹੈ। ਆਪ ਰੱਬ ਰੂਪ ਬੈਠੇ ਹੋ ਗੁਰ ਕੀ ਸੰਗਤ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਅਸਥਾਨ ਹੈ ਜਿੱਥੇ ਸੁੱਖ ਤੇ ਚੈਨ ਮਿਲਦੇ ਨੇ। ਜਿਹੜਾ ਉਹਦੇ ਘਰ ਦੇ ਨਾਲ ਜੁੜੇਗਾ, ਸਾਹਿਬ ਜੀ ਕਹਿੰਦੇ ਪਏ ਨੇ, ਦੇਖੋ ਇਸ ਤਰ੍ਹਾਂ ਹੋਵੇਗਾ ਕਿ ਮੌਤ ਨੂੰ ਚੇਤੇ ਰੱਖੋ, ਪਤਾ ਨਹੀਂ ਕਿਹੜੇ ਵੇਲੇ ਆ ਕੇ ਜਿਹੜੀ ਹੈ ਉਹਨੇ ਝੜਪ ਮਾਰ ਲੈਣੀ ਹੈ। ਤੇ ਇਸ ਗੱਲ ਦਾ ਵੀ ਧਿਆਨ ਰੱਖਣਾ ਕਿ ਉਮਰ ਦਿਨੋਂ ਦਿਨ ਜਿਹੜੀ ਘਟਦੀ ਜਾ ਰਹੀ ਹੈ ਤੇ ਤੁਹਾਡਾ ਸਰੀਰ ਜਿਹੜਾ ਹੈ, ਜਿਸ ਤਰ੍ਹਾਂ ਕੋਈ ਕੱਪੜਾ ਛਿੱਜ ਜਾਵੇ, ਆਪਾਂ ਬਜਾਜੀ ਦੀ ਹੱਟੀ 'ਤੇ ਜਾਈਏ, ਕੱਪੜਾ ਲਿਆਈਏ, ਉਹ ਕੱਟ ਦੇਵੇ ਤੇ ਘਰ ਆ ਕੇ ਕਈ ਵਾਰ ਖੋਲ੍ਹੀਦਾ ਤੇ ਉਹਦੇ ਵਿੱਚ ਨਾ ਛਿੱਜ ਪਈ ਹੁੰਦੀ, ਭਾਵ ਧਾਗੇ ਖਿੱਚੇ ਹੁੰਦੇ ਆ, ਤਾਂ ਆਪਾਂ ਫਟਾਫਟ ਮੋੜਨ ਚੱਲ ਜਾਂਦੇ ਹਾਂ। ਭਾਈ ਆ ਕੇ ਕੀਤਾ ਹੀ ਧੋਖੇ ਨਾਲ ਕੱਪੜਾ ਜਿਹੜਾ ਹੈ ਉਹ ਗਲਤ ਦੇ ਦਿੱਤਾ, ਇਹ ਤਾਂ ਛਿੱਜਿਆ ਪਿਆ, ਇਹਦਾ ਸੂਟ ਵੀ ਸੀਵਾਂਗੇ ਤੇ ਕਿੰਨੇ ਕੁ ਦਿਨ ਪਾ ਲਵਾਂਗੇ। ਇਸ ਤਰ੍ਹਾਂ ਆਂਦੇ, ਜਿਸ ਤਰ੍ਹਾਂ ਕੱਪੜਾ ਜਿਹੜਾ ਹੈ ਛਿੱਜ ਜਾਂਦਾ ਹੈ, ਇਸੇ ਤਰ੍ਹਾਂ ਤੇਰਾ ਸਰੀਰ ਰੂਪੀ ਕਾਇਆ ਵੀ ਛਿੱਜਦੀ ਜਾ ਰਹੀ ਹੈ। ਬਚਪਨ ਸੀ ਰਿੜਨਾ ਸਿੱਖਿਆ, ਆਦਤ ਖੇਡਣਾ ਸਿੱਖਿਆ, ਜਵਾਨੀ ਆਈ ਦੌੜਦਾ ਫਿਰਦਾ ਸੀ, ਤੇ ਹੁਣ ਛਿੱਜਣ ਦੇ ਅਰਥ ਜਦੋਂ ਵਡੇਪੇ ਦੇ ਵਿੱਚ ਪਤਾ ਲੱਗਣਗੇ। ਵਡੇਪਾ ਆਇਆ, ਅੱਖਾਂ ਦੇਖਦੀਆਂ ਨਹੀਂ ਕੁਝ ਚੰਗਾ, ਹੁਣ ਕੰਨ ਜਿਹੜੇ ਨੇ ਸੁਣਨੋਂ ਰਹਿ ਗਏ, ਜੀਹਵਾ ਬੋਲਣ ਤੋਂ ਰਹਿ ਗਏ, ਨਾਸਿਕਾ ਕੋਈ ਸੁਗੰਧੀ ਨਹੀਂ ਗ੍ਰਹਿਣ ਕਰ ਸਕਦੀ, ਦੰਦ ਜਿਹੜੇ ਨੇ ਉਹ ਹੁਣ ਚੱਬ ਨਹੀਂ ਸਕਦੇ, ਕੋਈ ਸਵਾਦ ਨਹੀਂ ਚੱਖ ਸਕਦੀ ਜੀਹਵਾ ਆਦਿਕ, ਪੈਰ ਜਿਹੜੀਆਂ ਇੱਕ ਮਿੰਟ ਦੇ ਵਿੱਚ ਛਾਲ ਮਾਰ ਕੇ ਜਿਹੜਾ ਸੀ ਉਹ ਟੱਪ ਜਾਂਦੇ ਸਨ, ਟੋਏ ਆਦਿਕ, ਉਹਨਾਂ ਨੂੰ ਹੁਣ ਬੜਾ ਮੁਸ਼ਕਲ ਹੁੰਦਾ ਪਿਆ। ਹੱਥ ਜਿਹੜਾ 20-20 ਕਿਲੋ, 25-25, 50 ਕਿਲੋ ਭਾਰ ਚੱਕ ਲੈਂਦੇ ਸਨ, ਉਹ ਅੱਜ ਇੱਕ ਗਲਾਸ ਚੁੱਕਣ ਤੋਂ ਵੀ ਮੁਹਤਾਜ ਹੋ ਗਏ। ਉਦੋਂ ਕਹਿੰਦੇ ਸਰੀਰ ਜਿਹੜਾ ਛਿੱਜ ਗਿਆ। ਇਹਨੂੰ ਬਾਣੀ ਦੇ ਵਿੱਚ ਇਸ ਤਰ੍ਹਾਂ ਦਰਸਾਇਆ। ਸਾਹਿਬ ਜੀ ਕਹਿੰਦੇ ਤੇਰਾ ਸਰੀਰ ਛਿੱਜ ਜਾਵੇਗਾ, ਕਿਉਂਕਿ ਮੌਤ ਨੂੰ ਤੂੰ ਚੇਤੇ ਰੱਖ ਭਾਈ। ਪਦੰਗ ਕੰਗ ਬਖਾਰੇ ਸੋ ਖੰਗ ਦੇਣ ਵਾਰੇ। ਉਹ ਅਕਾਲ ਪੁਰਖ ਵਾਹਿਗੁਰੂ ਜੋ ਸੁਖਾਂ ਨੂੰ ਦੇਣ ਵਾਲਾ ਹੈ। ਲੈ ਹਾਥ ਬਾਲਾ ਦਵੇ ਕੇ ਨਿਹਾਲਾ। ਆਂਦੇ ਉਸ ਸਮੇਂ ਭਾਈ ਬਾਲਾ ਜੀ ਜਿਹੜੇ ਉਹਨਾਂ ਦੇ ਨਾਲ ਸਨ, ਜੋ ਸੁੱਖਾਂ ਦੀ ਦਾਤ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਨਿਹਾਲ ਕਰ ਰਹੇ ਸਨ। ਭਾਈ ਸਿੱਖ ਸਭ ਬੜੇ ਭਾਗ ਜੋ। ਆਂਦੇ ਇਹ ਦੋਨੋਂ ਸਿੱਖ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਬੜੇ ਭਾਗਾਂ, ਵਾਹਿਗੁਰੂ ਬੜੇ ਭਾਗਾਂ ਵਾਲੇ ਸਨ, ਜਿਹੜੇ ਗੁਰੂ ਨਾਨਕ ਦੇ ਸ਼ਿਸ਼ ਸਨ ਜੀ। ਟੋਟਕ ਸੰਤ ਤਿਸ ਦੇਸ ਨਿਰਸਣੋ ਸਰੁਨੰਗ। ਜਦੋਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨਗਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਤੇ ਜੋ ਜੋ ਲੋਕ ਮੰਗ ਰਹੇ ਸਨ ਉਹ ਵੀ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਸਨ, ਤੇ ਹੁਣ ਡੰਕਾ ਤੇ ਵੱਜਣਾ ਸੀ। ਹੁਣ ਡੰਕਾ ਜਿਹੜਾ ਹੈ ਉਸ ਨਗਰ ਤੱਕ ਸੀਮਤ ਨਾ ਰਿਹਾ। ਗੁਰੂ ਨਾਨਕ ਦੇ ਘਰ ਦੀ ਸਿਫਤ ਤੇ ਸਲਾਹ ਦੀਆਂ ਗੱਲਾਂ, ਉਹਨਾਂ ਦੇ ਪ੍ਰਤਾਪ, ਉਹਨਾਂ ਦੇ ਤੇਜ ਦੀਆਂ ਗੱਲਾਂ, ਉਸ ਸਮੇਂ ਦਾ ਜੋ ਹਾਕਮ ਹੈ, ਉਸ ਸਮੇਂ ਦਾ ਜੋ ਬਾਦਸ਼ਾਹ ਹੈ, PM ਕਹਿ ਲਈਏ ਉਸ ਸਮੇਂ ਦਾ ਜਿਹੜਾ ਹਾਕਮ ਹੈ, ਜਦੋਂ ਉਹਦੇ ਤੱਕ ਇਹ ਗੱਲ ਪੁੱਜੀ ਕਿ ਕੋਈ ਸੰਤ, ਕੋਈ ਮਹਾਪੁਰਸ਼, ਕੋਈ ਬ੍ਰਹਮ ਗਿਆਨੀ, ਰੱਬ ਦਾ ਰੂਪ ਜਿਹੜਾ ਹੈ ਮੇਰੇ ਦੇਸ਼ ਦੇ ਇਸ ਇਲਾਕੇ ਦੇ ਵਿੱਚ ਜਿਹੜਾ ਉਹਨੇ ਆ ਕਰਕੇ ਚਰਨ ਪਰਸੇ ਨੇ ਤੇ ਲੁਕਾਈ ਨੂੰ ਉਹ ਤਾਰ ਰਿਹਾ ਹੈ। ਉਹਦੇ ਮਨ ਦੇ ਅੰਦਰ ਵੀ ਜਿਹੜੀ ਹੈ ਇੱਕ ਚਾਹਨਾ ਪੈਦਾ ਹੋਈ ਕਿ ਮੈਂ ਵੀ ਕਿਉਂ ਨਾ ਚੱਲ ਕੇ ਗੁਰੂ ਨਾਨਕ ਦੇ ਦਰਸ਼ਨ ਕਰਾਂ। ਉਹ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ, ਕੀ ਭੇਟਾਵਾਂ ਗੁਰੂ ਨਾਨਕ ਨੂੰ ਅਰਪਣ ਕਰਨ ਲਈ ਲਿਆ ਰਿਹਾ ਹੈ, ਨਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਉਹਦੀ ਕਿਸ ਤਰ੍ਹਾਂ ਵਾਰਤਾਲਾਪ ਹੋ ਰਹੀ ਹੈ। ਅਗਲੇ ਦੀਵਾਨਾਂ ਦੇ ਅਸੀਂ ਸਰਵਣ ਕਰਨ ਦਾ